ਮੇਰੇ ਪੰਜਾਬ ਭਰ ਦੇ ਅਧਿਆਪਕ ਸਾਥੀਆਂ ਨੂੰ ਅਤੇ ਬਹੁਤ ਪਿਆਰੇ ਬੱਚਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਮਿੰਦਰ ਕੌਰ, ਲੈਕਚਰਰ ਪੋਲੀਟੀਕਲ ਸਾਇੰਸ, ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨੌਲੀ ਤੋਂ ਅੱਜ ਬੇਟੇ ਤੁਹਾਡੇ ਨਾਲ ਇੱਕ ਬਹੁਤ ਹੀ ਸੋਹਣੇ ਵਿਸ਼ੇ ਤੇ ਗੱਲ ਕਰ ਰਹੇ ਹਾਂ, ਨਾਗਰਿਕ ਅਤੇ ਨਾਗਰਿਕਤਾ, ਸਿਟੀਜ਼ਨ ਐਂਡ ਸਿਟੀਜ਼ਨਸ਼ਿਪ। ਲੈਸਨ ਸ਼ੁਰੂ ਕਰਨ ਤੋਂ ਪਹਿਲਾਂ ਬੱਚੇ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗੀ ਕਿ ਇਹ ਇੱਕ ਅਜਿਹਾ ਟੌਪਿਕ ਹੈ ਜੋ ਤੁਹਾਡੇ +1 ਦੇ ਸਿਲੇਬਸ ਦੇ ਨਾਲ ਤਾਂ ਸੰਬੰਧਿਤ ਹੈ ਹੀ, ਪਰ ਤੁਹਾਡੀ ਆਉਣ ਵਾਲੀ ਜ਼ਿੰਦਗੀ ਦੇ ਨਾਲ ਜਾਂ ਤੁਹਾਡੀ ਮੌਜੂਦਾ ਜ਼ਿੰਦਗੀ ਦੇ ਨਾਲ ਵੀ ਇਹਦਾ ਕਾਫੀ ਵੱਡਾ ਸੰਬੰਧ ਹੈ। ਉਹਦਾ ਕਾਰਨ ਕੀ ਹੈ ਕਿ ਤੁਸੀਂ ਸਾਰੇ ਕਿਸੇ ਨਾ ਕਿਸੇ ਦੇਸ਼ ਦੇ ਨਾਗਰਿਕ ਜ਼ਰੂਰ ਹਾਂ। ਪਹਿਲਾਂ ਤਾਂ ਇਸ ਲੈਸਨ 'ਚ ਅਸੀਂ ਇਹ ਗੱਲ ਸਮਝਣੀ ਹੈ ਕਿ ਨਾਗਰਿਕ ਕੌਣ ਹੁੰਦਾ ਹੈ, ਕਿਸ ਨੂੰ ਨਾਗਰਿਕ ਕਿਹਾ ਜਾਂਦਾ ਹੈ, ਨਾਗਰਿਕ ਨੂੰ ਕਿਹੜੇ ਅਧਿਕਾਰ ਮਿਲੇ ਹੁੰਦੇ ਹਨ, ਕਿਹੜੇ ਕਰਤੱਵਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਤੁਹਾਡੇ ਵਿੱਚੋਂ ਬਹੁਤ ਸਾਰੇ ਬੱਚੇ ਹੋਣਗੇ ਜੋ ਆਉਣ ਵਾਲੇ ਸਾਲਾਂ ਦੇ ਵਿੱਚ ਅਮਰੀਕਾ, ਕੈਨੇਡਾ, ਜਰਮਨੀ, ਆਸਟ੍ਰੇਲੀਆ ਕਿਤੇ ਵੀ ਬਾਹਰ ਜਾਣਾ ਚਾਹਣਗੇ। ਸੋ ਉਹਦੇ ਨਾਲ ਵੀ ਇਹ ਕਾਫੀ ਹੱਦ ਤੱਕ ਸੰਬੰਧਿਤ ਹੈ। ਕੱਲ ਨੂੰ ਤੁਹਾਡੀਆਂ ਸ਼ਾਦੀਆਂ ਹੋਣੀਆਂ ਨੇ, ਸ਼ਾਦੀਆਂ ਤੋਂ ਬਾਅਦ ਵੀ ਤੁਹਾਡੇ ਲਈ, ਤੁਹਾਡੇ ਬੱਚਿਆਂ ਦੇ ਲਈ ਨਾਗਰਿਕਤਾ ਕੀ ਹੈ, ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ, ਕਿਵੇਂ ਖੋਈ ਜਾਂਦੀ ਹੈ। ਮਤਲਬ ਮੇਰੇ ਕਹਿਣ ਤੋਂ ਭਾਵ ਕਿ ਸਾਡੇ ਅੱਜ ਦੇ ਵਰਤਮਾਨ ਸਮੇਂ ਵਿੱਚ ਅਤੇ ਭਵਿੱਖ ਦੇ ਵਿੱਚ ਇਸ ਲੈਸਨ ਦਾ ਜੀਕੇ ਹੋਣੀ, ਇਸ ਲੈਸਨ ਦਾ ਗਿਆਨ ਹੋਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸੋ ਮੈਂ ਬਹੁਤੀ ਲੇਟ ਨਾ ਕਰਦੇ ਹੋਏ ਅੱਜ ਦਾ ਟੌਪਿਕ ਸ਼ੁਰੂ ਕਰਦੀ ਹਾਂ, ਨਾਗਰਿਕ ਅਤੇ ਨਾਗਰਿਕਤਾ। ਤੁਸੀਂ ਬੇਟੇ ਆਪਣੀ ਕਾਪੀਜ਼ ਦੇ ਉੱਤੇ ਲਿਖੋ, ਹੈਡਿੰਗਸ ਲਿਖ ਲਓ, ਨਾਲ ਜੋ ਸ਼ਾਰਟ ਨੋਟਸ ਨੇ ਉਹ ਤੁਸੀਂ ਲਿਖਦੇ ਜਾਣਾ ਹੈ। ਨਾਲ ਹੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਸੈਪਟੰਬਰ ਦੇ ਵਿੱਚ ਹੋਣ ਵਾਲੇ ਤੁਹਾਡੇ ਪਹਿਲੀ ਟਰਮ ਦੇ ਐਗਜ਼ਾਮਸ ਜੋ 80 ਨੰਬਰ ਦਾ ਪੇਪਰ ਆਏਗਾ, ਉਹਦੇ ਵਿੱਚ ਤੁਹਾਡਾ ਇਹ ਲੈਸਨ ਇਨਕਲੂਡ ਕਰਦਾ ਹੈ। ਸੋ ਇਸ ਲੈਸਨ ਨੂੰ ਤੁਸੀਂ ਧਿਆਨ ਨਾਲ ਦੇਖਣਾ ਹੈ। ਅਸੀਂ ਗੱਲ ਕਰਦੇ ਹਾਂ ਬੇਟੇ ਸਿਟੀਜ਼ਨ ਐਂਡ ਸਿਟੀਜ਼ਨਸ਼ਿਪ ਦੀ। ਤਾਂ ਸਭ ਤੋਂ ਪਹਿਲਾਂ ਨਾਗਰਿਕ ਕਿਸ ਨੂੰ ਕਿਹਾ ਜਾਂਦਾ ਹੈ? ਆਮ ਤੌਰ ਤੇ ਜਦੋਂ ਅਸੀਂ ਨਾਗਰਿਕ ਵਰਡ ਯੂਜ਼ ਕਰਦੇ ਹਾਂ ਤਾਂ ਨਾਗਰਿਕ ਤੋਂ ਆਪਾਂ ਸਭ ਚ ਲੈਂਦੇ ਹਾਂ ਨਗਰ ਵਿੱਚ ਰਹਿਣ ਵਾਲੇ ਨੂੰ ਨਾਗਰਿਕ ਕਿਹਾ ਜਾਂਦਾ ਹੈ। ਨਗਰ ਮੈਨੇ ਨਗਰ, ਸ਼ਹਿਰ 'ਚ। ਆਮ ਬੱਚਿਆਂ ਨੂੰ ਜੇ ਕਿਸੇ ਨੂੰ ਪੁੱਛੋ ਨਾਗਰਿਕ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਜੋ ਨਗਰ 'ਚ ਰਹਿ ਰਿਹਾ, ਸ਼ਹਿਰ 'ਚ ਰਹਿ ਰਿਹਾ, ਉਸ ਨੂੰ ਨਾਗਰਿਕ ਕਿਹਾ ਜਾਂਦਾ ਹੈ। ਪਰ ਨਹੀਂ, ਕੇਵਲ ਸ਼ਹਿਰ ਵਿੱਚ ਰਹਿਣ ਵਾਲਾ ਹੀ ਨਹੀਂ, ਸਗੋਂ ਪਿੰਡ ਵਿੱਚ ਰਹਿਣ ਵਾਲਾ ਹਰੇਕ ਵਿਅਕਤੀ ਵੀ ਨਾਗਰਿਕ ਹੈ। ਠੀਕ ਹੈ, ਇਹਦਾ ਮਤਲਬ ਇਹ ਨਹੀਂ ਮੈਂ ਕਹਿ ਰਹੀ ਕਿ ਸ਼ਹਿਰ ਵਿੱਚ ਰਹਿਣ ਵਾਲੇ ਨੂੰ ਨਾਗਰਿਕ ਨਹੀਂ ਕਿਹਾ ਜਾਂਦਾ। ਸ਼ਹਿਰ ਵਿੱਚ ਰਹਿਣ ਵਾਲੇ ਨੂੰ ਤਾਂ ਨਾਗਰਿਕ ਕਿਹਾ ਹੀ ਜਾਂਦਾ ਹੈ। ਕੋਈ ਬੰਦਾ ਸ਼ਹਿਰ 'ਚ ਰਹਿ ਰਿਹਾ ਹੈ, ਕੋਈ ਵੱਡੇ ਸ਼ਹਿਰ 'ਚ ਹੈ, ਕੋਈ ਛੋਟੇ ਸ਼ਹਿਰ 'ਚ ਹੈ, ਕੋਈ ਕਸਬੇ ਵਿੱਚ ਹੈ, ਕੋਈ ਪਿੰਡ ਵਿੱਚ ਹੈ, ਕੋਈ ਛੋਟੇ ਪਿੰਡ ਵਿੱਚ ਹੈ, ਕੋਈ ਦੂਰ ਦਰਾਡੇ ਵੱਡੇ ਪਿੰਡ ਵਿੱਚ ਹੈ। ਕਿਸੇ ਜਗ੍ਹਾ ਵੀ ਸ਼ਹਿਰ, ਪਿੰਡ, ਦੇਸ਼ ਵਿੱਚ ਰਹਿਣ ਵਾਲਾ ਹਰੇਕ ਵਿਅਕਤੀ ਨਾਗਰਿਕ ਹੈ। ਪਰ ਅੱਗੇ ਅਸੀਂ ਗੱਲ ਕਰਾਂਗੇ ਕਿ ਦੇਸ਼ ਵਿੱਚ ਰਹਿਣ ਵਾਲਾ ਹਰੇਕ ਵਿਅਕਤੀ ਨਾਗਰਿਕ ਨਹੀਂ ਹੈ। ਤੁਸੀਂ ਕਹੋਗੇ ਮੈਮ ਤੁਸੀਂ ਆਪਣੀ ਹੀ ਗੱਲ ਨੂੰ ਆਪ ਕੱਟ ਰਹੇ ਹੋ। ਉਹ ਅਸੀਂ ਦੱਸਾਂਗੇ ਕਿ ਦੇਸ਼ ਵਿੱਚ ਰਹਿਣ ਵਾਲਾ ਕਿਹੜਾ ਵਿਅਕਤੀ ਨਾਗਰਿਕ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਪਰ ਆਮ ਤੌਰ ਦੇ ਉੱਤੇ ਸ਼ਹਿਰ ਵਿੱਚ ਰਹਿਣ ਵਾਲੇ, ਪਿੰਡ ਵਿੱਚ ਰਹਿਣ ਵਾਲਾ ਹਰ ਵਿਅਕਤੀ ਨਾਗਰਿਕ ਕਹਾਉਂਦਾ ਹੈ। ਅਗਲੀ ਗੱਲ, ਅਰਸਤੂ ਜੋ ਸਾਡੇ ਵਿਦਵਾਨ ਨੇ, ਇਹਨਾਂ ਦਾ ਰਾਜਨੀਤੀ ਸ਼ਾਸਤਰ ਵਿੱਚ ਬਹੁਤ ਮਹਾਨ ਹਿੱਸਾ ਹੈ। ਅਰਸਤੂ ਸਾਡੇ ਰਾਜਨੀਤੀ ਸ਼ਾਸਤਰ ਦੇ ਅਸੀਂ ਪਿਤਾਮਾ ਮੰਨਦੇ ਹਾਂ। ਉਹਨਾਂ ਦਾ ਵਿਚਾਰ ਸੀ ਕਿ ਨਾਗਰਿਕ ਉਹ ਹੈ ਜਿਸ ਦਾ ਰਾਜ ਅਤੇ ਸਰਕਾਰ ਵਿੱਚ ਹਿੱਸਾ ਹੋਵੇ ਅਤੇ ਉਹ ਅਧਿਕਾਰਾਂ ਨੂੰ ਮਾਣ ਸਕਦਾ ਹੋਵੇ। ਬਹੁਤ ਹੀ ਸੋਹਣੀ ਗੱਲ ਅਰਸਤੂ ਨੇ, ਅਸੀਂ ਡੈਫੀਨੇਸ਼ਨ ਇੱਥੇ ਵੀ ਦਿੱਤੀ ਹੈ ਬੇਟੇ ਮੈਂ। ਸੋ ਇਹ ਅਸੀਂ ਇਸ ਨੂੰ ਡਿਟੇਲ ਦੇ ਵਿੱਚ ਵੀ ਕਰਾਂਗੇ। ਸੋ ਅਰਸਤੂ ਨੇ ਕਿਹਾ ਹੈ ਇਹ ਸਿਟੀਜ਼ਨ ਇਜ਼ ਵਨ, ਕੌਣ, ਹੂ, ਜਿਸ ਦਾ हैज शेयर in the government of the state, उस राज दी सरकार विच हिस्सा होवे, and is entitled to enjoy its owner, हर तरह दी मान सत्कार, हर तरह दे अधिकार नूं वो इंजॉय करन दे काबिल होवे। सो तुसी नागरिक किस नूं कहा जांदा है? तुसी बच्चे ये परिभाषा अरस्तू दे कहे ये बहुत सोहणे शब्द तुसी लिख सकते हो। हरेक व्यक्ति जिसका राज विच हिस्सा होवे, ਉਹ ਆਪਣੇ ਰਾਜ ਦੀ ਸਰਕਾਰ ਦੇ ਵਿੱਚ ਪਾਰਟਿਸਿਪੇਟ ਕਰਦਾ ਹੋਵੇ। ਡਾਇਰੈਕਟਲੀ ਪਾਰਟਿਸਿਪੇਸ਼ਨ, ਇਨਡਾਇਰੈਕਟ ਪਾਰਟਿਸਿਪੇਸ਼ਨ, ਬਟ ਹੀ ਸ਼ੁੱਡ ਬੀ ਪਾਰਟਿਸਿਪੇਟਿਡ ਇਨ ਦਾ ਗਵਰਨਮੈਂਟ। ਅਧਿਕਾਰਾਂ ਨੂੰ, ਜੋ ਉਸ ਦੇਸ਼ ਦੇ ਨਾਗਰਿਕਾਂ ਨੂੰ ਅਧਿਕਾਰ ਮਿਲੇ ਹਨ, ਚਾਹੇ ਉਹ ਸਮਾਜਿਕ ਅਧਿਕਾਰ ਹਨ, ਆਰਥਿਕ ਅਧਿਕਾਰ ਹਨ, ਰਾਜਨੀਤਿਕ ਅਧਿਕਾਰ ਹਨ, ਧਾਰਮਿਕ ਅਧਿਕਾਰ ਹਨ, ਜਿੰਨੇ ਅਧਿਕਾਰ ਹੈ ਉਹ ਉਹਨਾਂ ਨੂੰ ਮਾਣ ਸਕਦਾ ਹੋਵੇ, ਇੰਜੋਏ ਕਰ ਸਕਦਾ ਹੋਵੇ,
ਤਾਂ ਅਸੀਂ ਉਸ ਨੂੰ ਕਿਸ ਦਾ ਨਾਮ ਦਿੰਦੇ ਹਾਂ? ਨਾਗਰਿਕ ਦਾ ਨਾਮ ਦਿੰਦੇ ਹਾਂ। ਸੋ ਇਹ ਬੱਚੇ ਤੁਸੀਂ ਲਿਖ ਸਕਦੇ ਹੋ, ਹਰੇਕ ਪਿੰਡ ਵਿੱਚ ਰਹਿਣ ਵਾਲਾ, ਹਰੇਕ ਸ਼ਹਿਰ ਵਿੱਚ ਰਹਿਣ ਵਾਲਾ, ਦੇਸ਼ ਵਿੱਚ ਰਹਿਣ ਵਾਲਾ ਹਰ ਵਿਅਕਤੀ ਨਾਗਰਿਕ ਹੈ। ਅਤੇ ਨਾਗਰਿਕ ਉਹ ਹੁੰਦਾ ਹੈ ਜਿਸ ਦਾ ਉੱਥੋਂ ਦੀ ਰਾਜ ਦੀ ਸਰਕਾਰ ਵਿੱਚ ਡਾਇਰੈਕਟਲੀ ਇਨਡਾਇਰੈਕਟਲੀ ਪਾਰਟਿਸਿਪੇਸ਼ਨ ਹੋਵੇ, ਹਿੱਸਾ ਹੋਵੇ, ਉਸ ਰਾਜ ਵੱਲੋਂ, ਸਰਕਾਰ ਵੱਲੋਂ ਦਿੱਤੇ ਗਏ ਅਧਿਕਾਰਾਂ ਨੂੰ ਉਹ ਮਾਣ ਸਕਦਾ ਹੋਵੇ। ਅੱਗੇ ਅਸੀਂ ਗੱਲ ਕਰਾਂਗੇ ਨਾਗਰਿਕ ਦੀਆਂ ਪਰਿਭਾਸ਼ਾਵਾਂ ਦੀ। ਜਦ ਤੁਸੀਂ ਆਪਣੀ ਬੁੱਕ ਨੂੰ ਕੰਸਲਟ ਕਰੋਗੇ ਬੇਟੇ ਤਾਂ ਤੁਸੀਂ ਦੇਖੋਗੇ ਬਹੁਤ ਸਾਰੀਆਂ ਪਰਿਭਾਸ਼ਾਵਾਂ ਤੁਹਾਡੀ ਬੁੱਕ ਵਿੱਚ ਦਿੱਤੀਆਂ ਹੁੰਦੀਆਂ ਹਨ। ਸੋ ਤੁਸੀਂ ਉਹਨਾਂ ਸਾਰੀ ਪਰਿਭਾਸ਼ਾਵਾਂ ਦੀ ਰੀਡਿੰਗ ਜ਼ਰੂਰ ਲੈਣੀ ਹੈ। ਪਰ ਜਦ ਅਸੀਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰਦੇ ਹਾਂ ਤਾਂ ਬੱਚੇ ਕੀ ਹੈ, ਇੱਕ ਦੋ ਪਰਿਭਾਸ਼ਾਵਾਂ ਤੁਹਾਨੂੰ ਯਾਦ ਕਰਨੀਆਂ ਪੈਣਗੀਆਂ। ਸਮਝ ਕੇ ਯਾਦ ਕਰੋਗੇ ਤਾਂ ਈਜ਼ੀ ਲੈਂਗੁਏਜ 'ਚ ਤਾਂ ਅੱਛਾ ਲੱਗੇਗਾ, ਮੈਨੂੰ ਲੱਗਦਾ ਹੈ। ਸੋ ਅਸੀਂ ਪ੍ਰੋਫੈਸਰ ਸੀਯੂ ਦੀ ਪਰਿਭਾਸ਼ਾ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ। ਨਾਗਰਿਕ ਉਹ ਹੈ ਜੋ ਰਾਜ ਦੀ ਸ਼ਕਤੀ ਦੇ ਅਧੀਨ ਹੋਵੇ। ਨੰਬਰ 1, ਨਾਗਰਿਕ ਉਹ ਹੈ ਜੋ ਰਾਜ ਦੀ ਸ਼ਕਤੀ ਦੇ ਅਧੀਨ ਹੋਵੇ। ਅਸੀਂ ਭਾਰਤ ਵਿੱਚ ਰਹਿੰਦੇ ਹਾਂ, ਅਸੀਂ ਭਾਰਤ ਦੀ ਸ਼ਕਤੀ ਦੇ ਅਧੀਨ ਹੈ। ਅਮਰੀਕਾ ਵਿੱਚ ਰਹਿਣ ਵਾਲੇ ਅਮਰੀਕਾ ਦੇ ਰਾਜ ਦੇ ਅਧੀਨ ਹਨ। ਇੰਗਲੈਂਡ ਵਿੱਚ ਰਹਿਣ ਵਾਲੇ ਇੰਗਲੈਂਡ ਦੇ ਅਧੀਨ ਹਨ। ਸੋ ਜਿਸ ਦੇਸ਼ ਵਿੱਚ ਕੋਈ ਵਿਅਕਤੀ ਰਹਿ ਰਿਹਾ ਹੈ, ਜਿੱਥੋਂ ਦੀ ਉਹ ਸ਼ਕਤੀ ਦੇ ਅਧੀਨ ਹੈ, ਜਿੱਥੋਂ ਦੇ ਉਸ ਦੇ ਉੱਤੇ ਕਾਨੂੰਨ ਲਾਗੂ ਹੁੰਦੇ ਹਨ, ਉਸ ਨੂੰ ਰਾਜਨੀਤਿਕ ਅਤੇ ਨਾਗਰਿਕ ਅਧਿਕਾਰ ਪ੍ਰਾਪਤ ਹੋਣ। ਉਸ ਵਿਅਕਤੀ ਨੂੰ ਸਾਰੇ ਅਧਿਕਾਰ, ਰਾਜਨੀਤਿਕ ਅਧਿਕਾਰ ਸ਼ਬਦ ਬਾਰ-ਬਾਰ ਆਏਗਾ। ਰਾਜਨੀਤਿਕ ਅਧਿਕਾਰ ਦਾ ਬੇਟੇ ਮਤਲਬ ਹੈ ਵੋਟ ਪਾਉਣ ਦਾ ਅਧਿਕਾਰ, ਚੋਣ ਲੜਨ ਦਾ ਅਧਿਕਾਰ, ਸਰਕਾਰ ਦੇ ਕੰਮਾਂ ਵਿੱਚ ਭਾਗ ਲੈਣ ਦਾ ਅਧਿਕਾਰ, ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ, ਕੋਈ ਵੀ ਸੰਘ ਜਾਂ ਸਮੁਦਾਇ ਬਣਾਉਣ ਦਾ ਅਧਿਕਾਰ। ਇਹ ਸਾਰੇ ਅਧਿਕਾਰ ਉਸ ਨੂੰ ਪ੍ਰਾਪਤ ਹੋਣ। ਨਾਗਰਿਕ ਅਧਿਕਾਰ, ਨਾਗਰਿਕ ਹੋਣ ਦੇ ਨਾਤੇ ਉਸ ਨੂੰ ਸਾਰੇ ਅਧਿਕਾਰ ਪ੍ਰਾਪਤ ਹੁੰਦੇ ਹਨ। ਬਦਲੇ ਵਿੱਚ ਉਹ ਕੀ ਦਿੰਦਾ ਹੈ? ਉਹ ਸਮਾਜ ਸੇਵਾ ਦੀ ਭਾਵਨਾ ਤੋਂ ਪ੍ਰੇਰਿਤ ਹੋਵੇ, ਭਾਵ ਉਹ ਨਾਗਰਿਕ ਦੇ ਅੰਦਰ ਆਪਣੇ ਦੇਸ਼ ਦੇ ਪ੍ਰਤੀ ਸੇਵਾ ਕਰਨ ਦੀ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ। ਜਦੋਂ ਅਸੀਂ ਕੁਛ ਇੱਕ ਅਧਿਕਾਰ ਦੀ ਕੋਸ਼ਿਸ਼ ਕਰਦੇ ਹਾਂ ਆਨੰਦ ਲੈਣ ਦੀ, ਤਾਂ ਬੇਟੇ ਬਦਲੇ ਵਿੱਚ ਯਾਦ ਰੱਖਣਾ ਸਾਨੂੰ ਕੁਝ ਇੱਕ ਕਰਤੱਵਾਂ ਦੀ ਪਾਲਣਾ ਕਰਨੀ ਪੈਂਦੀ ਹੈ, ਚਾਹੇ ਉਹ ਘਰ ਹੋਵੇ, ਚਾਹੇ ਸਕੂਲ ਹੋਵੇ। ਘਰ ਵਿੱਚ ਤੁਸੀਂ ਦੇਖੋ ਤੁਹਾਡੇ ਪੇਰੈਂਟਸ ਨੇ, ਤੁਹਾਡੇ ਪੇਰੈਂਟਸ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਦਿੰਦੇ ਨੇ, ਅਧਿਕਾਰ, ਤੁਸੀਂ ਕਈ ਤਰ੍ਹਾਂ ਦੀਆਂ ਮੌਜਾਂ ਮਾਣਦੇ ਹੋ, ਪਰ ਬਦਲੇ ਵਿੱਚ ਤੁਹਾਨੂੰ ਕੁਝ ਇੱਕ ਕੰਮ, ਕੁਝ ਇੱਕ ਕਰਤੱਵਾਂ ਦਾ ਪਾਲਣ ਵੀ ਕਰਨਾ ਪੈਂਦਾ ਹੈ। ਠੀਕ ਇਸੇ ਤਰੀਕੇ ਦੇ ਨਾਲ ਦੇਸ਼ ਵੱਲੋਂ ਜਦ ਤੁਹਾਨੂੰ ਨਾਗਰਿਕ ਹੋਣ ਦੇ ਸਾਰੇ ਅਧਿਕਾਰ ਦਿੱਤੇ ਜਾਣਗੇ ਤਾਂ ਬਦਲੇ ਵਿੱਚ ਦੇਸ਼ ਦੀ ਸੇਵਾ ਕਰਨਾ, ਦੇਸ਼ ਦੀ ਭਾਵਨਾ ਤੋਂ ਪ੍ਰੇਰਿਤ ਹੋਣਾ, ਇਹ ਸਭ ਦੇ ਕੰਮ ਵੀ ਤੁਹਾਨੂੰ ਕਰਨੇ ਪੈਂਦੇ ਹਨ। ਸੋ ਅਕੋਰਡਿੰਗ ਟੂ ਪ੍ਰੋਫੈਸਰ ਸੀਯੂ, one who owes allegiance to the state has access to civil and political rights and inspired with the spirit of the service of community is called a citizen। ठीक है बेटे, ये परिभाषा तुसी कर लेनी है। अगे असी गल करांगे एक मिनट बेटे, नागरिक दीयां परिभाषावां असीं कर लईआं। उस तो अगे असीं गल करांगे नागरिक अते नागरिकता दी। नागरिक दे नाल ही बच्चे नागरिकता जुड़ी हुई है। पहली गल, केवल शहर विच रहण वाला ही नहीं सगों पिंड विच रहण वाला भी हरेक व्यक्ति नागरिक है। ठीक है जी। दूसरा, नागरिक वो है जिसदा राज अते सरकार विच हिस्सा होवे अते वो कुछ अधिकारां नूं मान सकदा होवे। नागरिक दीयां परिभाषावां असीं प्रोफैसर सीयू दी परिभाषा कर चुके हाँ। हुण जे तुहानूं क्वेश्चन आ जांदा है कि नागरिक कौन है, हू इज़ सिटीजन, हू इज़ सिटीजन, 3 नंबर 4 नंबर च क्वेश्चन आ जाता है, 2 नंबर च भी क्वेश्चन आ जाता है, तो बहुत ही सौखा जवाब है। नागरिक वो है नंबर 1 जिसका उस राज का वो मैंबर होवे। कोई भारत का मैंबर हो सकता है, कोई अमेरिका का हो सकता है, कोई इंग्लैंड का हो सकता है, कोई जापान का हो सकता है, कोई पाकिस्तान का हो सकता है। नागरिक अपने राज का मैंबर हो सकता हुंदा है। दूसरी गल, वो अपने राज प्रति वफादार हुंदा है। भारतीयों की वफादारी भारत प्रति, अमरीका वालियां दी वफादारी अमरीका प्रति, कैनेडा की वफादारी कैनेडा प्रति। जिस देश च असीं रहने आ, जो मर्जी हो जे, असीं अपने देश प्रति वफादार हुंदे ही हुंदे हां। तीसरी गल, अधिकारां दा आनंद, इंजॉयमेंट ऑफ राइट्स। राइट्स इत्थे कर लेना बेटे, राइट नहीं राइट्स कर लेना, कि जिहड़ा भी नागरिक हुंदा है उसनूं अपने राज वल्लों, अपने देश वल्लों, अपनी सरकार वल्लों
कई तरीके दे समाजिक, आर्थिक, राजनीतिक, नागरिक कई तरह के अधिकार मिले हुंदे हन अते उन्हां अधिकारां दा आनंद लै सकदा है। उस तो अगली गल आ गई करतव्यां दी पालना, परफॉर्मेंस ऑफ ड्यूटीज़, कि जिहड़ा नागरिक होएगा, मैं तुहानूं पहलां ही दस्सिया सीगा कि वो देश वालों दिते गए अधिकारां दा आनंद माणेगा, बदले विचों कुछ कर्तव्यां दी, अपने देश प्रति कुछ कर्तव्यां दी पालना जरूर करेगा। उस तो अगली गल समाज सेवा, कि जिहड़ा नागरिक होएगा उहदे अंदर समाज सेवा की भावना, भाव अपने देश प्रति कुछ करन दी भावना, सोसाइटी लई कुछ करन दी भावना दा होना जरूरी है। सो ये बच्चे 2 नंबर च भी तुहानूं क्वेश्चन आ सकता है तो 4 नंबर च भी क्वेश्चन आ सकता है नागरिक कौन हुंदा है। सो तुसी ये बिल्कुल शॉर्ट दे विच कर सकते हो और अपनी लैंग्वेज च, मैं बार बार हर लैक्चर च कहनी है कि तुसी अपनी लैंग्वेज दे विच लिखना है, तुसी बुकिश लैंग्वेज नूं टेपना नहीं है। बुक चो पढ़ो, लैक्चर सुनो, टीचर दा सुनो, उस तो बाद नूं अपने आप लिखो। अगे असी गल करते हैं काइंड्स ऑफ सिटीजनस, नागरिक दियां किस्मां, वेरी 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 इंपॉर्टेंट नोट कर लो। मैं जदों क्लास च भी करवांदी हां तां भी मैं हमेशा बच्चों को यही गल कहनी है कि वेरी 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 इंपॉर्टेंट कि बच्चे तुसी जरूर लिखो, इहदे ते इंपॉर्टेंट। नागरिक 2 तरह के हुंदे हन बेटे। नंबर 1 जन्मजात नागरिक, ठीक है जी, नेचर या बॉर्न सिटीजनस। जन्मजात तुसी देखो ये नाम तो याद रखना है, बाय बर्थ। जिस देश विच तुसी जन्म ले लिया, जिस देश विच तुसी जन्म ले लिया, तुसी जन्म लैण दे नाल ही उस देश दे की बन गए नागरिक। मैं रिपीट कर रही हां, जिस देश विच तुसी जन्म ले लिया, तुसी भारत विच जन्म ले लिया, जन्म लैण दे नाल ही तुसी भारत दे नागरिक बन गए। तुसी इंग्लैंड से जन्म ले लिया, इंग्लैंड के नागरिक बन गए। अमरीका की धरती ते जन्म ले लिया, अमरीका के नागरिक बन गए। जापान की धरती ते जन्म ले लिया, जापान के नागरिक बन गए। जदों तुहानूं कुछ भी नहीं करना पैंदा, जिस देश विच तुसी जन्म लिया, बाय बर्थ जन्मजात नागरिकता तुहानूं मिल जाती है। दूसरी गल, राजकृत नागरिकता, नैचुरलाइज्ड सिटीजन। नैचुरलाइज्ड या राजकृत नागरिकता कदों हुंदी है? जदों तुसी कुछ एक शर्तां पूरियां करके, बाय फुलफिलिंग सम कंडीशनस, जदों तुसी कुछ एक शर्तां पूरियां करके उस देश की नागरिकता, सिटीजनशिप हासिल करते हो, तां उसनूं कहा जाता है राजकृत नागरिकता। फॉर एग्जाम्पल, तुसी कैनेडा पढ़न लई गए, पर कैनेडा दीयां शर्तां पूरियां करके तुसी कल नूं कैनेडा दी PR परमानेंट सिटीजनशिप ले ली है, तो तुसी उत्थे कैनेडा दे की हो गए राजकृत नागरिक। ठीक है जी। मान लो कोई लड़की भारत विच रहिंदी है, वो भारत दी जन्मजात नागरिक है, पर उसका विआह कैनेडा दे किसी अमेरिका दे मुंडे नाल हो गया, किसी उत्थे दे पक्के सिटीजन नाल हो गया। वो लड़की इत्थों अमेरिका चली गई, उत्थे शादी करके विआह करके उसनूं शर्तां पूरियां कीतियां अते उसनूं नागरिकता मिल गई, तो दैट इज़ कॉल्ड राजकृत नागरिकता, नैचुरलाइज्ड सिटीजन। तुसी देखो अजकल साडे ਲੱਖਾਂ ਦੀ गिणती ਦੇ ਵਿੱਚ स्टूडेंट्स बाहर पढ़न जाते हैं, पढ़ के वो वापस नहीं आते, उत्थे दियां शर्तां पूरियां करके उत्थों दे ही नागरिक बन जाते हैं, PR लेंदे ने। तुहानूं पता है वो कहते कि हले असीं कच्चे हाँ, असीं पक्के होवांगे, बड़ा पिंडां विच शब्द यूज हुंदा है। सो PR जदों प्राप्त कर लेंदे ने तां उत्थों दे नागरिक बन जाते हैं, पर उत्थों दे जन्मजात नागरिक नहीं हुंदे, वो उत्थों दे किहड़े हुंदे हन? राजकृत नागरिक हुंदे हन। सो बच्चे ये डिफरेंस समझना तुहाडे लई बहुत ज़्यादा जरूरी है। अगली गल असीं गल करांगे नागरिक अते जनता, कि नागरिक अते जनता विच की फर्क है। बेटे नागरिक अते जनता, जो नागरिक शब्द है मैनूं लगता है अजकल दा शब्द है। जिहड़ा जनता शब्द है, जनता अज भी असीं जनता शब्द यूज़ करते हैं, पर जदों राजे होया करते सी ना, राजा अते प्रजा, राजा अते जनता, जदों राजा ही होया करते सी, जनता होया करती सी, उस समय असीं ये शब्द यूज़ करते सी कि एक जेड़े किसी दे अधीन हुंदे सी। फॉर एग्जाम्पल 1947 तो पहला भारत जिहड़ा सी वो ब्रिटिश साम्राज दे अधीन सी। सो ब्रिटिश साम्राज दी भारत की सी? जनता सी। अज भी जेड़े राज्यां दे विच, जेड़े देशां दे विच ब्रिटिश दीयां कॉलोनीज़ ने, वो जो कॉलोनीज़ दी जनता है, जो अज भी ब्रिटिश दे अधीन है, उत्थों दे लोकां नूं जनता कहा जाता है, क्योंकि उन्होंने सारे अधिकार नहीं दिते जाते, इस करके असीं उसनूं नागरिक नहीं कहते।
बट हुण 1947 तो बाद असी आज़ाद हाँ ते असी भारत दी जनता तो है ही है, पर सही मायनिਆਂ ਵਿੱਚ ਅਸੀਂ ਕੀ बन चुके हाँ, भारत दे नागरिक बन चुके हाँ। दूसरी गल करांगे, शब्द नागरिक अते विदेशी, सिटीजनस एंड एलियन। विदेशी, देखो विदेशी शब्द बहुत अपने आप च एक मीनिंगफुल शब्द है। विदेशी कौन कौन होंदे हैं? विदेशी जो किसी दूजे देश का बंदा है, साडे देश का नहीं है, वो दूजे देश का बंदा है। हुण विदेशी कई तरह के होंदे हैं। कच्चे विदेशी, टैंपरेरी। टैंपरेरी की तुसी किसी देश विच गए, तुसी व्यापार करन गए, तुसी पढ़न गए, तुसी अपनी बेटी कोल घुम्मण गए, तुसी अपने बेटे कोल गए, अपने चाचे कोल गए, व्यापार करन गए, थोड़ी देर पढ़न गए, कोई कोर्स करन गए, जिन्नी देर तुसी उत्थे रहने हो, यू आर कॉल्ड कच्चे विदेशी, टैंपरेरी एलियन। दूजा है पक्के विदेशी। पक्के विदेशी किहड़े हो गए? ਜਿਹੜੇ पक्के तौर ਦੇ ਉੱਤੇ ਕਿਤੇ ਕਿਸੇ दूसरे देश ਵਿੱਚ गए, बट ਉਹ पक्के तौर ਦੇ ਉੱਤੇ ਉੱਥੇ सैटल्ड हो गए। तीसरा आ गया राजदूत ਅਤੇ सरकारी एजेंट। राजदूत ਅਤੇ सरकारी एजेंट बेटे ਜਦੋਂ कोई देश, हरेक देश दूजे देशों ਵਿੱਚ अपनी एक दूतावास कायम करता है, एम्बेसी कायम करता है, सो अपने देश के राजदूत ਅਤੇ सरकारी एजेंटा ਨੂੰ दूजे देश ਵਿੱਚ रखता है, ਤਾਂ ਜੋ ਉਸ ਦੇਸ਼ ਨੂੰ ਆਪਣੀਆਂ ਕਾਰਵਾਈਆਂ ਅਤੇ ਸਾਡੀਆਂ ਕਾਰਵਾਈਆਂ ਦੇ ਵਿੱਚ ਸੰਪਰਕ ਸਥਾਪਿਤ ਕੀਤਾ ਜਾ ਸਕੇ। ਸੋ ਤੁਸੀਂ ਹੁਣ ਵੀ ਦੇਖਿਆ ਹੈ, ਅਫਗਾਨਿਸਤਾਨ 'ਚ ਜਦੋਂ ਪ੍ਰੋਬਲਮ ਹੋਈ ਹੈ ਤਾਂ ਸਭ ਤੋਂ ਪਹਿਲਾਂ ਭਾਰਤ ਦੇ ਰਾਜਦੂਤ, ਸਾਰੇ ਦੇਸ਼ਾਂ ਨੇ ਆਪਣੇ ਰਾਜਦੂਤ ਵਾਪਸ ਬੁਲਾਏ ਨੇ। ਠੀਕ ਹੈ, ਸੋ ਜਦੋਂ ਕੋਈ ਰਾਜਦੂਤ ਕਿਸੇ ਦੇਸ਼ ਵਿੱਚ ਰਹਿ ਰਿਹਾ ਜਾਂ ਸਰਕਾਰ ਦਾ ਮੈਂਬਰ ਰਹਿ ਰਿਹਾ ਹੈ ਤਾਂ ਉਸ ਨੂੰ ਅਸੀਂ, ਉਹ ਵਿਦੇਸ਼ੀ ਤਾਂ ਹੈ ਪਰ ਉਸ ਨੂੰ ਕੁਛ ਇੱਕ ਖਾਸ ਪ੍ਰਿਵਿਲੇजेस, ਖਾਸ ਅਧਿਕਾਰ ਦਿੱਤੇ ਜਾਂਦੇ ਹਨ। चौथा आ गया दुश्मन विदेशी। जे कोई विदेशी साडे देश विच आया है, वो देश साडा दुश्मन देश तो आया है तो असीं उस दुश्मन विदेशी मनदे हां। जे कोई बंदा साडे देश च बाहरों आया होया है पर वो साडे मित्र देश तो आया होया है तो असीं उसनूं मित्र विदेशी मनदे हां। सो विदेशी कई तरह के हुंदे हैं। हुण असीं सब तो इंपॉर्टेंट क्वेश्चन इस लैसन का, बहुत छोटा क्वेश्चन है बट वेरी इंपॉर्टेंट क्वेश्चन है कि नागरिक अते विदेशी विच अंतर दसो, डिफरेंस बिटवीन द सिटीजन एंड द एलियन। वेरी 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 इंपॉर्टेंट क्वेश्चन, बहुत सौखा, 2 नंबर या 4 नंबर दे विच तुहानूं क्वेश्चन आ जांदा। पहली गल, अधिकारां दा अंतर बहुत इंपॉर्टेंट। नागरिक नूं, एक नागरिक नूं समाजिक, आर्थिक, राजनीतिक, नागरिक सारी तरह के अधिकार दिते जांदे हन, पर विदेशी नूं बाकी सब अधिकार दिते जाते हैं। नागरिक अधिकार, आर्थिक अधिकार, धार्मिक अधिकार सब दिते जाते हैं, पर विदेशी नूं बेटे राजनीतिक अधिकार नहीं दिते जाते। याद रखना। सब तो वड्डा, जे तुहानूं कोई क्वेश्चन करे कि नागरिक अते विदेशी विच सब तो वड्डा अंतर किहड़ा है, तो सब तो वड्डा अंतर किहड़ा है? नागरिक नूं सारे अधिकार दिते जाते हैं, विदेशी नूं बाकी सब अधिकार दिते जाते हैं, पर राजनीतिक अधिकार नहीं दिते जाते। भाव वोट नहीं पा सकदा, साडे देश च चोण नहीं लड़ सकदा, साडे देश दे विच सरकार की आलोचना नहीं कर सकदा, किसी तरीके का राजनीतिक अधिकार उसनूं नहीं दिते जाते। दूसरी गल, वफादारी विच अंतर। नागरिक की वफादारी किहदे प्रति हुंदी है? अपने देश प्रति। हुण मैं भारत विच रहनी है, मेरी वफादारी भारत प्रति है। मान लो कोई कैनेडा का बंदा भारत विच आया होया है तो भारत प्रति वफादार नहीं होएगा, वो अपने कैनेडा प्रति, अपने देश प्रति वफादार होएगा। की मतलब? नागरिक अपने देश प्रति वफादार हुंदा है जिथों दा नागरिक है, जदों कि विदेशी जिस देश तो आया हुंदा है वो उस देश प्रति ना अपने वफादारी निभाउंदा है। अगली गल है देश निकाला देण दा अंतर। बेटे ये वर्ड ठीक कर लेना, अंतर प्लीज़, सॉरी, इनू ठीक कर लेना। हाँ जी बच्चे, जो नागरिक है, जे नागरिक गलती कर दिंदा है, मान लो कोई नागरिक अपने देश में कोई गलती करता है तो उसनूं सज़ा दी जा सकती है, जुर्माना हो सकता है, जेल की जा सकती है, पर नागरिक नूं देश विचों बाहर नहीं कढ़िया जा सकता। पर जेकर कोई विदेशी किसी दूजे देश विच जाके गलती कर दिंदा है, कोई जुल्म कर दिंदा है, तो वो देश उस विदेशी नूं अपने देश विचों बाहर कढ़ सकता है। तुसीं बड़े केसिस सुने होने, कई बार साडे स्टूडेंट्स पढ़न जाते हैं, साडे व्यक्ति बाहर जाते हैं, उत्थे कोई जुर्म कर देंदे ने, उत्थे कुछ घपला कर देंदे ने, कुछ गलत कर देंदे ने, तो वो देश उसनूं बाहर कढ़ दिंदा है, देश निकाला दे दिंदा है, तो उसनूं दोबारा आउण दी आग्या नहीं दित्ती जांदी। उस तो अगली गल आ गई सैनिक सेवा संबंधी अंतर, कि जो नागरिक हुंदा है वो अपने देश की सेना दे विच सेवा कर सकता है।
ਜਦੋਂ ਦੇਸ਼ ਦੀ ਸੈਨਾ ਨੂੰ ਲੋੜ ਹੋਵੇ ਅਸੀਂ ਆਪਣੇ ਨਾਗਰਿਕ ਤੋਂ ਸੈਨਾ ਦੀ ਮੰਗ, ਸੇਵਾ ਦੀ ਮੰਗ ਸੈਨਾ ਲਈ ਕਰ ਸਕਦੇ ਹਾਂ, ਪਰ ਵਿਦੇਸ਼ੀ ਤੋਂ ਅਸੀਂ ਸੈਨਿਕ ਸੇਵਾ ਦੀ ਆਸ ਨਹੀਂ ਰੱਖ ਸਕਦੇ। ਕਾਰਨ ਕੀ ਹੈ ਕਿ ਵਿਦੇਸ਼ੀ ਦੀ ਜੋ ਵਫਾਦਾਰੀ ਹੈ ਉਹ ਸਾਨੂੰ ਨਹੀਂ ਲੱਗਦਾ ਕਿ ਸਾਡੇ ਦੇਸ਼ ਪ੍ਰਤੀ ਵਫਾਦਾਰ ਹੋਏਗਾ। ਇਸ ਕਰਕੇ ਇਹ ਅਵੋਇਡ ਕੀਤਾ ਜਾਂਦਾ ਹੈ ਕਿ ਵਿਦੇਸ਼ੀਆਂ ਨੂੰ ਸੈਨਿਕ ਸੇਵਾ ਦੇ ਲਈ ਬੁਲਾਇਆ ਜਾਵੇ। ਸੋ ਇਹ ਜਿਹੜਾ ਕੁਐਸਚਨ ਹੈ ਨਾਗਰਿਕ ਅਤੇ ਵਿਦੇਸ਼ੀ ਚ ਅੰਤਰ, ਬੇਟੇ ਤੁਸੀਂ ਜ਼ਰੂਰ ਔਰ ਜ਼ਰੂਰ ਕਰ ਲੈਣਾ ਹੈ, ਬਿਕੋਜ਼ ਇਟ ਇਜ਼ ਵੈਰੀ ਇੰਪੋਰਟੈਂਟ। ਅੱਗੇ ਅਸੀਂ ਗੱਲ ਕਰਾਂਗੇ ਨਾਗਰਿਕਤਾ ਦੀ। ਅਸੀਂ ਹੁਣ ਤੱਕ ਨਾਗਰਿਕ ਦੀ ਗੱਲ ਕਰਦੇ ਰਹੇ। ਨਾਗਰਿਕ ਅਤੇ ਨਾਗਰਿਕਤਾ ਬੱਚੇ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਕਿਸੇ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਜੋ ਤੁਹਾਨੂੰ ਕਾਨੂੰਨੀ ਅਧਿਕਾਰ ਪ੍ਰਾਪਤ ਹੋ ਜਾਂਦੇ ਹਨ, ਜੋ ਤੁਹਾਡਾ ਕਾਨੂੰਨੀ ਪੱਧਰ ਬਣ ਜਾਂਦਾ ਹੈ, ਉਸ ਨੂੰ ਅਸੀਂ ਕਿਸ ਦਾ ਨਾਮ ਦੇ ਦਿੰਦੇ ਹਾਂ? ਨਾਗਰਿਕਤਾ ਦਾ ਨਾਮ ਦੇ ਦਿੰਦੇ ਹਾਂ। ਸੋ ਅਗਲਾ ਗੱਲ ਆ ਗਈ ਕਿ ਨਾਗਰਿਕਤਾ ਕਿਸ ਨੂੰ ਕਿਹਾ ਜਾਂਦਾ ਹੈ? ਵਾਟ ਇਜ਼ ਸਿਟੀਜ਼ਨਸ਼ਿਪ? ਨਾਗਰਿਕਤਾ ਉਹ ਕਾਨੂੰਨੀ ਪੱਧਰ ਹੈ, ਲੀਗਲ, ਇੱਕ ਲੀਗਲ ਅਥਾਰਟੀ ਮਿਲ ਜਾਂਦੀ ਹੈ। ਸਿਟੀਜ਼ਨਸ਼ਿਪ ਦੇ ਨਾਲ ਕੀ ਹੈ? ਤੁਸੀਂ ਲੀਗਲੀ ਉਸ ਦੇਸ਼ ਦੇ ਵਾਸੀ ਬਣ ਜਾਂਦੇ ਹੋ। ਲੀਗਲੀ ਤੁਹਾਡਾ ਪਾਸਪੋਰਟ ਹੈ, ਤੁਹਾਡੇ ਹਰ ਇੱਕ ਡਾਕੂਮੈਂਟ ਦੇ ਉੱਤੇ ਤੁਹਾਡਾ ਕਾਨੂੰਨੀ ਹੈ। ਹੁਣ ਸਾਡੇ ਆਧਾਰ ਕਾਰਡ ਨੇ, ਭਾਰਤ ਵਿੱਚ ਹਰ ਬੰਦੇ ਦਾ ਆਧਾਰ ਕਾਰਡ ਬਣੇਗਾ, ਪਰ ਵਿਦੇਸ਼ੀ ਦਾ ਆਧਾਰ ਕਾਰਡ ਨਹੀਂ ਬਣ ਸਕਦਾ ਭਾਰਤ ਦੇ ਵਿੱਚ। ਸੋ ਕਾਨੂੰਨੀ ਉਹ ਕਾਨੂੰਨੀ ਪੱਧਰ ਹੈ ਜਿਸ ਦੇ ਆਧਾਰ ਤੇ ਇੱਕ ਰਾਜ ਵਿੱਚ ਰਹਿੰਦੇ ਹੋਏ ਨਾਗਰਿਕ ਕੁਝ ਅਧਿਕਾਰਾਂ ਦਾ ਆਨੰਦ ਲੈਂਦੇ ਹਨ ਅਤੇ ਬਦਲੇ ਵਿੱਚ ਕੁਝ ਕਰਤੱਵਾਂ ਨੂੰ ਪੂਰੇ ਕਰਦੇ ਹਨ। ਉਹੀ ਬੇਟੇ ਨਾਗਰਿਕ ਵਾਲੀ ਗੱਲ ਹੀ ਮੈਂ ਰਿਪੀਟ ਕਰ ਰਹੀ ਹਾਂ ਕਿ ਨਾਗਰਿਕ ਵਾਲੀ ਗੱਲ ਹੀ ਹੈ। ਬਟ ਨਾਗਰਿਕ ਅਤੇ ਨਾਗਰਿਕਤਾ 'ਚ ਕੀ ਹੈ? ਨਾਗਰਿਕ ਅਧਿਕਾਰ ਨਾਲ ਆਨੰਦ ਕਰਦਾ ਹੈ, ਕਰਤੱਵਾਂ ਨੂੰ ਪੂਰਾ ਕਰਦਾ ਹੈ। ਨਾਗਰਿਕ ਉਸੇ ਨਾਗਰਿਕ ਕੋਲ ਜਦੋਂ ਕਾਨੂੰਨੀ ਤੌਰ ਦੇ ਉੱਤੇ ਉਸ ਦੇਸ਼ ਦਾ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ, ਦੈਟ ਇਜ਼ ਕਾਲਡ ਨਾਗਰਿਕਤਾ। ਇਟ ਇਜ਼ ਅ ਲੀਗਲ ਸਟੇਟਸ। ਸਿਟੀਜ਼ਨਸ਼ਿਪ ਇਜ਼ ਅ ਲੀਗਲ ਸਟੇਟਸ। नीचे भी देता है, a citizen is one who has specific rights and obligations within a political unit such as being a citizen of a country or a state। ठीक है जी। सो किसी देश का नागरिक हर एक व्यक्ति ਲਈ ਕਿਸੇ ਦੇਸ਼ ਦਾ ਨਾਗਰਿਕ ਹੋਣਾ ਜ਼ਰੂਰੀ ਹੈ, ਚਾਹੇ ਉਹ ਭਾਰਤ ਦਾ ਨਾਗਰਿਕ ਹੋਵੇ, ਕੈਨੇਡਾ ਦਾ ਹੋਵੇ, ਕੈਨੇਡਾ ਦਾ ਨਹੀਂ ਹੋਵੇ, ਮੈਕਸੀਕੋ ਦਾ ਹੋਵੇ, ਮੈਕਸੀਕੋ ਦਾ ਨਹੀਂ ਹੋਵੇ, ਕੋਲੰਬੀਆ ਦਾ ਹੋਵੇ, ਕੋਲੰਬੀਆ ਦਾ ਨਹੀਂ ਹੋਵੇ, रूस ਦਾ ਹੋਵੇ। ਹਰੇਕ ਵਿਅਕਤੀ ਕਿਸੇ ਨਾ ਕਿਸੇ ਦੇਸ਼ ਦਾ ਨਾਗਰਿਕ ਜ਼ਰੂਰ ਹੋਏਗਾ। ਦੂਸਰੀ ਗੱਲ, ਪਿੰਡ, ਸ਼ਹਿਰ ਤੇ ਕਸਬਾ ਕਿਤੇ ਵੀ ਕੋਈ ਰਹਿ ਰਿਹਾ ਹੈ ਉਹ ਨਾਗਰਿਕ ਅਖਵਾਉਂਦਾ ਹੈ। ਤੀਸਰੀ ਗੱਲ, ਹਰੇਕ ਨਾਗਰਿਕ ਦੀ ਆਪਣੇ ਦੇਸ਼ ਪ੍ਰਤੀ ਵਫਾਦਾਰੀ ਹੁੰਦੀ ਹੈ। ਨਾਗਰਿਕ ਨੂੰ ਕੁਝ ਇੱਕ ਅਧਿਕਾਰ ਮਿਲੇ ਹੁੰਦੇ ਹਨ ਅਤੇ ਬਦਲੇ ਵਿੱਚ ਉਹ ਕੁਝ ਕਰਤੱਵਾਂ ਦੀ ਪੂਰਾ ਕਰਦਾ ਹੈ ਅਤੇ ਉਸ ਨੂੰ ਜੋ ਨਾਗਰਿਕ ਹੋਣ ਦੇ ਨਾਤੇ ਕਾਨੂੰਨੀ ਪੱਧਰ ਪ੍ਰਾਪਤ ਹੈ ਉਸ ਨੂੰ ਨਾਗਰਿਕਤਾ ਕਿਹਾ ਜਾਂਦਾ ਹੈ। ਹੁਣ ਅੱਗੇ ਅਸੀਂ ਕਰਾਂਗੇ ਨਾਗਰਿਕਤਾ ਪ੍ਰਾਪਤੀ ਦੇ ਸਿਧਾਂਤ, ਮੈਥਡਸ ਟੂ ਐਕਵਾਇਰ ਸਿਟੀਜ਼ਨਸ਼ਿਪ। ਵੈਰੀ ਇੰਪੋਰਟੈਂਟ ਹੈ ਬੇਟੇ, ਮੈਨੂੰ ਲੱਗਦਾ ਇਟਸ ਵੈਰੀ ਇੰਪੋਰਟੈਂਟ। ਨਾਗਰਿਕਤਾ ਪ੍ਰਾਪਤੀ ਦੇ ਸਿਧਾਂਤ, ਮੈਥਡਸ ਟੂ ਐਕਵਾਇਰ ਸਿਟੀਜ਼ਨਸ਼ਿਪ। ਠੀਕ ਹੈ ਨਾ, ਸਿਟੀਜ਼ਨ ਨੂੰ ਸਿਟੀਜ਼ਨਸ਼ਿਪ ਕਰ ਲੈਣਾ ਬੇਟੇ, ਠੀਕ ਕਰ ਲੈਣਾ। ਦੋ ਸਿਧਾਂਤ ਦੁਨੀਆ ਵਿੱਚ ਚੱਲਦੇ ਹਨ, ਬਹੁਤ ਇੰਟਰਸਟਿੰਗ ਹੈ, ਇਹਦੇ ਵਿੱਚ ਬਹੁਤ ਸੋਹਣੀਆਂ ਐਗਜ਼ਾਮਪਲਸ ਆਪਾਂ ਦੇਖਾਂਗੇ। ਦੋ ਸਿਧਾਂਤ ਬੇਟੇ ਦੁਨੀਆ 'ਚ ਚੱਲਦੇ ਹਨ ਨਾਗਰਿਕਤਾ ਦੇਣ ਦੇ। ਪਹਿਲਾ ਸਿਧਾਂਤ ਚੱਲਦਾ ਹੈ ਖੂਨ ਸਿਧਾਂਤ, ਬਲੱਡ ਰਿਲੇਸ਼ਨ ਔਨ ਦਾ ਬੇਸਿਸ ਆਫ ਦੀ ਬਰਥ ਪਲੇਸ। ਨੀਚੇ ਬਲੱਡ ਰਿਲੇਸ਼ਨ, ਬੇਟੇ ਇਹਨੂੰ ਠੀਕ ਕਰਿਓ ਪਲੀਜ਼, ਔਨ ਦਾ ਬੇਸਿਸ ਆਫ ਦੀ ਬਲੱਡ ਰਿਲੇਸ਼ਨਸ। ਇਹ ਜੋ ਬਰਥ ਪਲੇਸ ਦਾ ਹੈ ਨੀਚੇ ਹੈ, ਇੱਥੇ ਬੱਚੇ ਠੀਕ ਕਰੋ ਪਲੀਜ਼, ਸੌਰੀ, ਇਸ ਨੂੰ ਠੀਕ ਕਰਨਾ। ਔਨ ਦਾ ਬੇਸਿਸ ਆਫ ਦੀ ਬਲੱਡ ਰਿਲੇਸ਼ਨਸ, ਖੂਨ ਦਾ ਸਿਧਾਂਤ। ਟੀਚਰਸ ਦੇ ਅੱਗੇ ਮੇਰੀ ਰਿਕੁਐਸਟ ਹੈ ਪਲੀਜ਼, ਆਈ ਰੀਅਲੀ ਫੀਲ ਸੌਰੀ, ਇਹਨੂੰ ਪਲੀਜ਼ ਇੱਥੇ ਠੀਕ ਕਰਨਾ ਪਲੀਜ਼। ਔਨ ਦਾ ਬੇਸਿਸ ਆਫ ਦੀ ਬਲੱਡ ਰਿਲੇਸ਼ਨਸ, ਖੂਨ ਦਾ ਸਿਧਾਂਤ, ਜਿਸ ਨੂੰ ਇੱਕ ਲੈਂਗੁਏਜ ਦੇ ਵਿੱਚ ਆਪਾਂ ਜਸ ਸੈਂਗੁਇਸ ਕਹਿੰਦੇ ਹਾਂ। ਇਹਦਾ ਮਤਲਬ ਕੀ ਹੈ ਕਿ ਬੱਚੇ ਨੂੰ ਨਾਗਰਿਕਤਾ ਮਿਲਦੀ ਹੈ ਕਿਸ ਆਧਾਰ ਤੇ? ਆਪਣੇ ਮਾਤਾ ਪਿਤਾ ਦੇ ਖੂਨ ਦੇ ਆਧਾਰ ਤੇ। ਦੇਖੋ ਅਸੀਂ ਮੰਨਦੇ ਹਾਂ ਕਿ ਜੇ ਸਾਡਾ ਜਦੋਂ ਤੁਹਾਡਾ ਜਨਮ ਹੋਇਆ ਤਾਂ ਤੁਹਾਡੇ ਦਾਦਾ ਦਾਦੀ ਤੁਹਾਨੂੰ ਪਿਆਰ ਕਰਦੇ ਆ, ਉਹ ਕਹਿੰਦੇ ਸਾਡਾ ਖੂਨ ਹੈ, ਸਾਡੇ ਪੁੱਤਰ ਦਾ ਖੂਨ ਹੈ, ਸਾਡੀ ਧੀ ਦਾ ਖੂਨ ਹੈ। ਸੋ ਜਦੋਂ ਬੱਚੇ ਨੂੰ ਨਾਗਰਿਕਤਾ ਪ੍ਰਾਪਤ ਹੁੰਦੀ ਹੈ ਆਪਣੇ ਮਾਤਾ ਪਿਤਾ ਦੇ ਖੂਨ ਦੇ ਆਧਾਰ ਦੇ ਉੱਤੇ, ਮੰਨ ਲਓ ਭਾਰਤ ਦਾ ਇੱਕ ਜੋੜਾ ਹੈ, ਉਹਦਾ ਬੱਚਾ ਪੈਦਾ ਹੋਇਆ ਤਾਂ ਉਹ ਮਾਤਾ ਪਿਤਾ ਦਾ ਖੂਨ ਹੈ, ਇਸ ਕਰਕੇ ਉਸਨੂੰ ਮਾਤਾ ਪਿਤਾ ਭਾਰਤ ਦੇ ਨੇ, ਇਸ ਕਰਕੇ ਬੱਚੇ ਨੂੰ ਵੀ ਭਾਰਤ ਦੀ ਨਾਗਰਿਕਤਾ ਪ੍ਰਾਪਤ ਹੋ ਗਈ। ਕੋਈ ਸਾਨੂੰ ਕਿਤੇ ਜਾਣਾ ਨਹੀਂ ਪਿਆ।
दूसरा सिद्धांत है भूमि सिद्धांत, बर्थ प्लेस, ऑन द बेसिस ऑफ द बर्थ प्लेस। बर्थ प्लेस मैंने तुहाडा जन्म कित्थे होया, किहड़ी भूमि ते होया। हुण बेटे दुनिया विच दोनों सिद्धांत चलते हैं, खून सिद्धांत भी चलता है और भूमि सिद्धांत भी चलता है, याद रखियो। फॉर एग्जाम्पल भूमि सिद्धांत विच देश की मनते हैं कि जिहड़ा बच्चा साडी भूमि ते जन्म लै गया, जिहड़ा बच्चा साडे देश की भूमि ते जन्म लै गया, चाहे उसके माता पिता किसी भी देश के होण, असीं उसनूं अपना नागरिक मनण लई तैयार हाँ। मन लो फॉर एग्जाम्पल, मैं एग्जाम्पल दे रही हूँ, भारत के कोई पति पत्नी ने वो कैनेडा चले गए, कैनेडा जाके उन्होंने बच्चा पैदा होया, भारत उस बच्चे नूं अपना नागरिकता देगा खून के सिद्धांत के आधार पर कि साडा खून है, माता पिता साडे देश दे ने। कैनेडा दे विच जे भूमि सिद्धांत है तो कैनेडा उस बच्चे नूं अपनी नागरिकता देण लई तैयार होएगा कि बच्चा चाहे भारत के माता पिता का है पर बच्चा जम्मिया कित्थे है, कहंदे साडी भूमि उत्ते जम्मिया है। सो कई देश खून सिद्धांत नूं मनदे हन, कई देश भूमि सिद्धांत नूं मनदे हन। मैं रिपीट कर रही हाँ, खून सिद्धांत ये देखते हैं देश के साडे देश के माता पिता है, साडे देश का खून है बच्चा। अमरीका वाले मान लो अमरीका दे विच खून सिद्धांत है, मान लो अमरीका का एक जोड़ा भारत विच आया होया है, भारत विच बच्चा पैदा हो गया, अमरीका मनण नूं तैयार होएगा कि क्योंकि माता पिता तो साडे देश दे ने, बच्चा साडे देश का खून है, असीं इसनूं अपना नागरिक मनण लई तैयार हाँ। जे भारत दे विच भूमि सिद्धांत होएगा, भारत ये गल कहेगा भी चाहे माता पिता अमरीका दे सी पर बच्चा तो साडी धरती ते जन्म लिया बच्चे ने, असीं इसनूं अपना नागरिक मनण नूं तैयार हाँ। सो बच्चे कोई किसी देश विच खून सिद्धांत लागू हुंदा है, किसी देश विच भूमि सिद्धांत लागू हुंदा है। सो कई बच्चे ऐसे हुंदे ने जिन्हां जेड़े देशां विच दोहरा सिद्धांत लागू हो रहा होवे, कई बच्चियां नूं दोहरी नागरिकता ड्यूल सिटीजनशिप भी मिल जाती है। ड्यूल किद्दां मिल गई कि मान लो भारत का कोई जोड़ा कैनेडा दे विच चला गया, भारत दे विच खून सिद्धांत है, ठीक है, तो भारत उस बच्चे नूं कैनेडा च जे बच्चे का जन्म होया, भारत उसनूं अपना बच्चा मन्नेगा कि माता पिता साडे देश दे सी। मान लो कैनेडा दे विच भूमि सिद्धांत चल रहा है तो कैनेडा भी उस बच्चे नूं अपना नागरिक मन्नेगा, वो कहेगा बच्चा चाहे भारत के माता पिता है पर साडी भूमि ते इसने जन्म लिया। तो इस केस दे विच की होएगा, बच्चे कोल दोनों देशों की नागरिकता प्राप्त हो जाएगी, एक दी खून सिद्धांत के आधार पर, एक दी भूमि सिद्धांत के आधार पर। तो जदों बच्चा वड्डा हुंदा है, अडल्ट हुंदा है, 18 साल का हुंदा है, तो बच्चे दे अगे ऑप्शन आ जाती है, वो किसी एक देश की नागरिकता रख सकता है तो दूसरे देश की नागरिकता छड्ड सकता है। सो इनू आपां कहने हैं ड्यूल सिटीजनशिप। अगे असीं गल करांगे इंडिया एंड ड्यूल सिटीजनशिप टू NRIs। बेटे NRI वर्ड तुसीं बड़ी बार सुनते हो, नॉन रेजिडेंट इंडियंस। वो इंडियंस जो है तो भारती सीगे पर अज भारत विच पक्के तौर पर नहीं रह रहे, हो कैनेडा सैटल हो चुके हैं, अमेरिका हो चुके हैं, आस्ट्रेलिया हो चुके हैं, जापान हो चुके हैं, जर्मनी हो चुके हैं। जापान का मैं फिर भी कहांगी कि जापान एक ऐसा देश है जिथे नागरिकता लैनी बहुत औखी है। ਜਿਹੜੇ भारत के नागरिक दूजे देशों में न्यूजीलैंड, आस्ट्रेलिया, कैनेडा, अमेरिका, इंग्लैंड में पक्के तौर पर सैटल्ड हो चुके हैं, भारत के नाल फिर भी जुड़े हुए हैं। भारत की सरकार मनदी है साडे नागरिक ने, उन्हां दे सेंटीमेंट्स, उन्हां दीयां भावनावां, उन्हां दे रिलेशनस, उन्हां दी जोड़, मिट्टी की एक खुशबू उन्हां दे अंदर अज भी है। सो भारत सरकार ने डिसाइड किया कि अजिहे नागरिकां नूं भारत, चाहे वह अज कनेडा के नागरिक ने, अमरीका के ने, आस्ट्रेलिया के ने, न्यूजीलैंड के ने, पर उहदे नाल नाल भारत उन्हां नूं अपनी नागरिकता देण लई तैयार है। सो इंडिया दे विच ड्यूल सिटीजनशिप का सिद्धांत लागू है, भाव जे कोई भारत का बंदा किसी दूसरे देश का पक्का नागरिक बन भी गया है तो भी वो अपनी भारत की नागरिकता जारी रख सकता है। सो NRIs के बारे विच बेटे ये जिहड़ा है, क्योंकि वो भारत बारे अज भी सोचते हैं, भारत नाल अज भी उन्हां दीयां जड़ां जुड़ियां होईयां, इस करके इंडिया दे विच NRIs नूं ड्यूल सिटीजनशिप दित्ती जा रही है। अगे असीं गल करांगे जल्दी जल्दी मैथड्स ऑफ एक्वायरिंग एंड टू लूज नैचुरल सिटीजनशिप। देखो बेटे जन्मजात नागरिकता, जिथे तुसीं जन्म लै लिया उत्थे दी नागरिकता तो तुहाडे कोल है ही है, पर राजकृत नागरिकता जिहड़ी कुछ शर्तां प्राप्त करन दे नाल मिलदी सी, वो नागरिकता प्राप्त भी किते जाण अते चले जाण दे ढंग आपां करांगे। तुहाडी बुक विच अलग अलग ने, जन्मजात नागरिकता प्राप्त करन दे ढंग अलग ने, खोए जाण दे ढंग अलग ने, पर मैं इकट्ठे करवा रही हां। नंबर 1 लॉन्गर स्टे, लंबा निवास स्थान।
ਜੇਕਰ ਤੁਸੀਂ ਕਿਸੇ ਦੇਸ਼ ਦੇ ਵਿੱਚ ਲੰਬਾ ਨਿਵਾਸ ਸਥਾਨ ਲੈਣੇ ਹੋ, ਜਿਵੇਂ ਅਮਰੀਕਾ, ਕੈਨੇਡਾ, ਇੰਗਲੈਂਡ, ਇਹ ਕਹਿੰਦੇ ਨੇ ਜੇ ਕੋਈ ਲੰਬਾ 5 ਸਾਲ ਤੱਕ ਸਾਡੇ ਦੇਸ਼ 'ਚ ਲਗਾਤਾਰ ਰਹਿ ਲਿਆ, ਅਸੀਂ ਉਸ ਨੂੰ ਆਪਣੀ ਨਾਗਰਿਕਤਾ ਦੇਣ ਲਈ ਤਿਆਰ ਹਾਂ। ਭਾਰਤ ਮੰਨਦਾ ਹੈ ਕਿ ਜੇਕਰ ਕੋਈ 4 ਸਾਲ ਤੱਕ ਸਾਡੇ ਦੇਸ਼ ਵਿੱਚ ਲਗਾਤਾਰ ਰਹਿ ਰਿਹਾ ਹੈ ਤਾਂ ਅਸੀਂ ਉਸ ਨੂੰ ਆਪਣੀ ਨਾਗਰਿਕਤਾ ਦੇਣ ਲਈ ਤਿਆਰ ਹਾਂ। ਪਰ ਜਦੋਂ ਤੁਸੀਂ ਇਹ ਵੀ ਹੋ ਸਕਦਾ ਹੈ ਕਿ ਕਿਸੇ ਦੇਸ਼ ਵਿੱਚ ਲੰਬੇ ਨਿਵਾਸ ਸਥਾਨ ਨਾਲ ਤੁਸੀਂ ਉੱਥੋਂ ਦੇ ਨਾਗਰਿਕ ਬਣ ਜਾਓ ਅਤੇ ਜਿਸ ਦੇਸ਼ ਤੋਂ ਤੁਸੀਂ ਗਏ ਹੋ ਉੱਥੋਂ ਦੀ ਨਾਗਰਿਕਤਾ ਤੁਹਾਡੀ ਖਤਮ ਵੀ ਕੀਤੀ ਜਾ ਸਕਦੀ ਹੈ। ਦੂਸਰੀ ਅਸੀਂ ਗੱਲ ਕਰਾਂਗੇ ਵਿਆਹ ਦੇ ਰਾਹੀਂ, ਮੈਰਿਜ। ਕਈ ਦੇਸ਼ ਇਹ ਮੰਨਦੇ ਹਨ ਕਿ ਜੇ ਕੋਈ ਸਾਡੇ ਲੜਕੀ ਨਾਲ ਵਿਆਹ ਕਰ ਲੈਂਦਾ ਹੈ ਤਾਂ ਉਸ ਲੜਕੇ ਨੂੰ ਅਸੀਂ ਆਪਣੀ ਨਾਗਰਿਕਤਾ ਦੇਣ ਲਈ ਤਿਆਰ ਹਾਂ। ਮੈਂ ਇੱਥੇ ਇੱਕ ਤੁਹਾਨੂੰ ਸਿੰਪਲ ਐਗਜ਼ਾਮਪਲ ਤੁਹਾਡੇ ਪਿੰਡਾਂ ਦੇ ਆਪਣੇ ਸਰਾਊਂਡਿੰਗ 'ਚੋਂ ਦੇਵਾਂਗੀ। ਕਈ ਵਾਰੀ ਕੀ ਕਰਦੇ ਹਨ, ਇੱਧਰਲੇ ਮੁੰਡੇ ਕੈਨੇਡਾ ਦੀ ਕੁੜੀ, ਪੱਕੀ ਕੁੜੀ ਨਾਲ, ਅਮਰੀਕਾ ਦੀ ਪੱਕੀ ਕੁੜੀ ਨਾਲ, ਇੰਗਲੈਂਡ ਦੀ ਪੱਕੀ ਕੁੜੀ ਨਾਲ ਵਿਆਹ ਕਰਾ ਲੈਂਦੇ ਹਨ ਤਾਂ ਵਿਆਹ ਦੇ ਨਾਲ ਨਾਲ ਕੁੜੀ ਦੇ ਆਧਾਰ ਤੇ ਮੁੰਡੇ ਨੂੰ ਵੀ ਨਾਗਰਿਕਤਾ ਮਿਲ ਜਾਂਦੀ ਹੈ। ਠੀਕ ਇਸੇ ਤਰੀਕੇ ਦੇ ਨਾਲ ਜੇਕਰ ਸਾਡੀ ਕੁੜੀ ਜਾਂ ਕਿਸੇ ਦੇਸ਼ ਦੀ ਕੁੜੀ ਕਿਸੇ ਦੂਸਰੇ ਦੇਸ਼ ਦੇ ਮੁੰਡੇ ਨਾਲ ਵਿਆਹ ਕਰਾ ਲੈਂਦੀ ਹੈ, ਜਿਵੇਂ ਤੁਸੀਂ ਬੜੀ ਵਾਰ ਸੋਚਦੇ ਹੋ ਭੈਣ ਦਾ ਵਿਆਹ ਕਰਨਾ ਹੈ, ਮੁੰਡਾ ਪੱਕਾ ਹੈ, ਤਾਂ ਭੈਣ ਨੂੰ ਵੀ ਉਹ ਬਾਹਰ ਲਿਜਾ ਸਕਦਾ ਹੈ। ਵਿਆਹ ਦੇ ਬੇਸਿਸ ਦੇ ਉੱਤੇ ਵੀ ਰਾਜਕ੍ਰਿਤ ਨਾਗਰਿਕਤਾ ਮਿਲ ਵੀ ਜਾਂਦੀ ਹੈ ਤੇ ਜਦੋਂ ਦੂਸਰੇ ਦੇਸ਼ ਦੀ ਮਿਲ ਜੇ ਤਾਂ ਆਪਣੇ ਦੇਸ਼ ਦੀ ਖਤਮ ਵੀ ਹੋ ਸਕਦੀ ਹੈ। ਤੀਸਰੀ ਗੱਲ, ਬਾਈ ਪਰਚੇਜ਼ਿੰਗ ਪ੍ਰਾਪਰਟੀ। ਕਈ ਦੇਸ਼ ਐਸੇ ਹਨ ਜਿਵੇਂ ਪੀਰੂ, ਮੈਕਸੀਕੋ ਵਗੈਰਾ ਦੇਸ਼ ਨੇ, ਉਹ ਕਹਿੰਦੇ ਕਿ ਜੇਕਰ ਕੋਈ ਸਾਡੇ ਦੇਸ਼ ਵਿੱਚ ਜਾਇਦਾਦ ਖਰੀਦ ਲੈਂਦਾ, ਉਹਨਾਂ ਨੇ ਲਿਮਿਟ ਰੱਖੀ ਹੁੰਦੀ ਹੈ ਕਿ ਇੰਨੇ ਲੱਖ ਤੱਕ ਜਾਂ ਇੰਨੇ ਤੱਕ ਦੀ, ਇੰਨੇ ਡਾਲਰਸ, ਇੰਨੇ ਤੱਕ ਦੀ ਜਾਇਦਾਦ ਹੁੰਦੀ ਹੈ, ਤਾਂ ਜੇ ਕੋਈ ਪਰਚੇਜ਼ ਕਰ ਲੈਂਦਾ ਹੈ ਤਾਂ ਉਸ ਨੂੰ ਉਹ ਆਪਣੀ ਨਾਗਰਿਕਤਾ ਦੇਣ ਲਈ ਤਿਆਰ ਹੋ ਜਾਂਦੇ ਹਨ। ਸੋ ਇਹ ਲੌਂਗਰ ਸਟੇ ਜਾਂ ਲੌਂਗ ਐਬਸੈਂਸ, ਇਹ ਉਹੀ ਪੁਆਇੰਟ ਹੈ ਜੋ ਮੈਂ ਤੁਹਾਨੂੰ ਉੱਪਰ ਕਰਵਾ ਚੁੱਕੀ ਹਾਂ ਕਿ ਲੰਬੇ ਨਿਵਾਸ ਸਥਾਨ ਦੇ ਨਾਲ ਨਾਗਰਿਕਤਾ ਮਿਲ ਵੀ ਜਾਂਦੀ ਹੈ, ਪਰ ਲੰਬੀ ਗੈਰ ਹਾਜ਼ਰੀ ਤੁਸੀਂ ਆਪਣੇ ਦੇਸ਼ 'ਚ ਆਓ ਹੀ ਨਾ ਕਈ ਸਾਲਾਂ ਤੋਂ, ਤਾਂ ਕਈ ਦੇਸ਼ ਉਸ ਨਾਗਰਿਕਤਾ ਨੂੰ ਰੱਦ ਵੀ ਕਰ ਸਕਦੇ ਹਨ। ਐਡੋਪਸ਼ਨ, ਗੋਦ ਲੈਣਾ। ਗੋਦ ਲੈਣ ਨਾਲ ਮੰਨ ਲਓ ਕਿਸੇ ਨੇ, ਤੁਹਾਡੀ ਚਾਚੀ ਜੀ ਕੈਨੇਡਾ ਰਹਿੰਦੇ ਨੇ, ਉਹਨਾਂ ਦਾ ਬੱਚਾ ਨਹੀਂ ਹੈ, ਮੰਨ ਲਓ ਉਹਨਾਂ ਨੇ ਤੁਹਾਡਾ ਭਰਾ ਗੋਦ ਲੈ ਲਿਆ, ਤਾਂ ਗੋਦ ਲੈਣ ਨਾਲ ਬੱਚੇ ਨੂੰ ਉਸ ਦੇਸ਼ ਦੀ, ਕੈਨੇਡਾ ਦੀ ਨਾਗਰਿਕਤਾ ਮਿਲ ਗਈ। ਹੋ ਸਕਦਾ ਹੈ ਜੇ ਭਾਰਤ ਦਾ ਰੂਲ ਹੋਏਗਾ ਤਾਂ ਭਾਰਤ ਦੀ ਨਾਗਰਿਕਤਾ ਜਾ ਵੀ ਸਕਦੀ ਹੈ। ਇਸੇ ਤਰ੍ਹਾਂ ਬਾਈ ਜੁਆਇਨਿੰਗ ਦਾ ਆਰਮੀ, ਜੇਕਰ ਅਸੀਂ ਕਿਸੇ ਦੇਸ਼ ਦੀ ਆਰਮੀ ਨੂੰ ਜੁਆਇਨ ਕਰ ਲੈਂਦੇ ਹਾਂ ਤਾਂ ਉਹ ਆਰਮੀ ਨੂੰ ਜੁਆਇਨ, ਵੈਸੇ ਆਰਮੀ 'ਚ ਮੈਂ ਤੁਹਾਨੂੰ ਦੱਸਿਆ ਵਿਦੇਸ਼ੀਆਂ ਨੂੰ ਘੱਟ ਹੀ ਲਿਆ ਜਾਂਦਾ ਹੈ, ਪਰ ਜੇ ਤੁਸੀਂ ਕਿਸੇ ਦੇਸ਼ ਦੀ ਆਰਮੀ ਨੂੰ ਜੁਆਇਨ ਕਰ ਲੈਂਦੇ ਹੋ ਤਾਂ ਸਤਿਕਾਰ ਵਜੋਂ ਤੁਹਾਨੂੰ ਉਸ ਦੇਸ਼ ਦੇ ਸੈਨਾ ਦੇ ਵਿੱਚ ਭਰਤੀ ਹੋਣ ਕਾਰਨ ਨਾਗਰਿਕਤਾ ਮਿਲ ਸਕਦੀ ਹੈ। ਜਿਵੇਂ ਕਾਫੀ ਗੋਰਖਾਸ ਜਿਹੜੇ ਨੇ ਉਹ ਆਪਾਂ ਕਹਿ ਸਕਦੇ ਆ ਭਾਰਤ ਅਤੇ ਇੰਗਲੈਂਡ ਦੀ ਆਰਮੀ ਦੇ ਵਿੱਚ ਹੋਣ ਕਰਕੇ ਉਹਨਾਂ ਨੂੰ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਹੈ। ਅੱਗੇ ਹੈ ਪੋਲੀਟੀਕਲ ਅਸਾਈਲਮ, ਰਾਜਨੀਤਿਕ ਸ਼ਰਨ। ਕਈ ਵਾਰੀ ਕੋਈ ਰਾਜਨੀਤਿਕ ਅਪਰਾਧੀ ਹੁੰਦਾ ਹੈ ਜਾਂ ਰਾਜਨੀਤੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬੰਦਾ ਹੋ ਸਕਦਾ ਹੈ ਜਿਹੜਾ ਕ੍ਰਿਟਿਸਿਜ਼ਮ ਦਾ ਸ਼ਿਕਾਰ ਹੋ ਜੇ, ਜਦੋਂ ਕਿਸੇ ਦੂਸਰੇ ਦੇਸ਼ ਤੋਂ ਸ਼ਰਨ ਮੰਗਦਾ ਹੈ, ਜੇਕਰ ਉਹ ਦੇਸ਼ ਉਸ ਨੂੰ ਸ਼ਰਨ ਦੇ ਦੇ ਤਾਂ ਉਸ ਨੂੰ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਹੋ ਸਕਦੀ ਹੈ। ਇਸੇ ਤਰ੍ਹਾਂ ਬਾਈ ਵਿਕਟਰੀ ਔਰ ਬਾਈ ਡਿਫੀਟ। ਮੰਨ ਲਓ ਕੋਈ ਦੇਸ਼ ਕਿਸੇ ਦੇਸ਼ ਨੂੰ ਜਿੱਤ ਲੈਂਦਾ ਹੈ, ਜਿੱਤ ਲਿਆ ਤਾਂ ਉੱਥੋਂ ਦੇ ਨਾਗਰਿਕ ਉਸ ਰਾਜ ਦੇ ਅਧੀਨ ਹੋ ਗਏ ਅਤੇ ਉੱਥੋਂ ਦੇ ਨਾਗਰਿਕਾਂ ਨੂੰ ਉੱਥੋਂ ਦੀ ਨਾਗਰਿਕਤਾ ਮਿਲ ਜਾਂਦੀ ਹੈ। ਇਸੇ ਤਰ੍ਹਾਂ ਹਾਰਿਆ ਹੋਇਆ ਦੇਸ਼, ਜੇਕਰ ਕੋਈ ਦੇਸ਼ ਹਾਰ ਗਿਆ ਤਾਂ ਉਹ ਆਪਣੀ ਨਾਗਰਿਕਤਾ ਵਾਪਸ ਉਹਨਾਂ ਦੀ ਖੋਈ ਜਾਂਦੀ ਹੈ ਅਤੇ ਜਿੱਤਿਆ ਹੋਇਆ ਦੇਸ਼ ਦੇ ਅਧੀਨ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਜਿੱਤੇ ਹੋਏ ਦੇਸ਼ ਦੀ ਨਾਗਰਿਕਤਾ ਮਿਲ ਜਾਂਦੀ ਹੈ। ਅੱਗੇ ਬਾਈ ਐਪਲੀਕੇਸ਼ਨ। ਕਈ ਵਾਰੀ ਅਸੀਂ ਐਪਲੀਕੇਸ਼ਨ ਦਿੰਦੇ ਹਾਂ, ਤੁਸੀਂ ਬੜੀ ਵਾਰ ਦੇਖਿਆ ਹੋਏਗਾ ਕਿ ਅਸੀਂ ਐਪਲੀਕੇਸ਼ਨ ਲਾਈ ਹੋਈ ਹੈ, ਅਸੀਂ ਫਾਈਲ ਲਾਈ ਹੋਈ ਹੈ। ਪ੍ਰਾਰਥਨਾ ਪੱਤਰ ਦੇ ਆਧਾਰ ਤੇ ਵੀ ਜੇਕਰ ਤੁਸੀਂ ਕਿਸੇ ਦੇਸ਼ ਦੇ ਨਾਗਰਿਕ ਬਣਨਾ ਚਾਹੁੰਦੇ ਹੋ, ਜੇ ਤੁਸੀਂ ਉੱਥੋਂ ਅਪਲਾਈ ਕਰਦੇ ਹੋ, ਆਪਣੀ ਫਾਈਲ ਲਗਾਉਂਦੇ ਹੋ, ਸ਼ਰਤਾਂ ਪੂਰੀਆਂ ਕਰਦੇ ਹੋ, ਤਾਂ ਜੇ ਉਹ ਦੇਸ਼ ਚਾਹੇ ਤਾਂ ਉਹ ਤੁਹਾਨੂੰ ਆਪਣੀ ਸਿਟੀਜ਼ਨਸ਼ਿਪ ਦੇ ਸਕਦਾ ਹੈ। ਸੋ ਇਹ ਜਿਹੜੇ ਅਸੀਂ ਸਾਰੇ ਮੈਥਡਸ ਕੀਤੇ ਹਨ, ਇਹ ਬੇਟੇ ਕਿਹਦੇ ਹਨ? ਨੈਚੁਰਲਾਈਜ਼ਡ ਸਿਟੀਜ਼ਨਸ਼ਿਪ ਦੇ, ਰਾਜਕ੍ਰਿਤ ਨਾਗਰਿਕਤਾ ਦੇ ਹਨ। ਇਹ ਰਾਜਕ੍ਰਿਤ ਨਾਗਰਿਕਤਾ ਪ੍ਰਾਪਤ ਵੀ ਕੀਤੀ ਜਾ ਸਕਦੀ ਹੈ ਅਤੇ ਖੋਈ ਵੀ ਜਾ ਸਕਦੀ ਹੈ। ਬੱਚੇ ਨਾਗਰਿਕਤਾ ਦੇ ਸੰਬੰਧ ਦੇ ਵਿੱਚ ਇੱਕ ਮੈਂ ਲਾਸਟ ਦੇ ਵਿੱਚ ਤੁਹਾਨੂੰ ਇਹ ਜ਼ਰੂਰ ਕਵਾਂਗੀ ਕਿ ਤੁਹਾਡੀ ਬੁੱਕ ਦੇ ਵਿੱਚ ਹੈ ਕਿ ਚੰਗੇ ਨਾਗਰਿਕ ਦੇ ਕਿਹੜੇ-ਕਿਹੜੇ ਗੁਣ ਨੇ ਜਾਂ ਇੱਕ ਚੰਗਾ ਨਾਗਰਿਕ ਨਾ ਹੋਣ ਦੇ ਕਿਹੜੇ-ਕਿਹੜੇ ਦੋਸ਼ ਨੇ, ਕਿਹੜਾ। ਸੋ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜੇਕਰ ਤੁਸੀਂ ਪੜ੍ਹੇ ਲਿਖੇ, ਕਿਸੇ ਦੇਸ਼ ਦੇ ਨਾਗਰਿਕ ਪੜ੍ਹੇ ਲਿਖੇ ਹੋਣਗੇ, ਚੰਗੇ ਸਿੱਖਿਅਤ ਹੋਣਗੇ, ਉਹਨਾਂ ਦੀ ਸਿਹਤ ਚੰਗੀ ਹੋਵੇ, ਉਹ ਜਾਗਰੂਕ ਹੋਣ, ਅਵੇਅਰਨੈਸ ਹੋਵੇ, ਪੋਜ਼ਿਟਿਵ ਸੋਚ ਵਾਲੇ, ਸਕਾਰਾਤਮਕ ਚੰਗੀ ਸੋਚ ਵਾਲੇ ਹੋਣਗੇ, ਧਰਮ, ਜਾਤ, ਭਾਸ਼ਾ, ਲਿੰਗ, ਝਗੜਿਆਂ ਤੋਂ ਉੱਪਰ ਉੱਠ ਕੇ ਵਧੀਆ ਹੋਣਗੇ, ਤਾਂ ਉਸ ਦੇਸ਼ ਦੇ ਵਿੱਚ
ਦੇਸ਼ ਭਗਤੀ ਦੀ ਭਾਵਨਾ ਹੋਏਗੀ ਉਹਨਾਂ ਦੇ ਅੰਦਰ, ਬਲੀਦਾਨ ਦੀ ਭਾਵਨਾ ਹੋਏ, ਇਮਾਨਦਾਰ ਹਨ, ਮਿਹਨਤੀ ਹਨ, ਅਨੁਸ਼ਾਸਨ ਵਿੱਚ ਰਹਿਣ ਵਾਲੇ ਹਨ, ਤਾਂ ਉਹ ਉਸ ਦੇਸ਼ ਦੇ ਵਧੀਆ ਨਾਗਰਿਕ ਹੋਣਗੇ। ਜੇਕਰ ਉਹਨਾਂ ਵਿੱਚ ਇਹ ਸਾਰੀਆਂ ਕਮੀਆਂ ਪਾਈਆਂ ਜਾਂਦੀਆਂ ਹਨ, ਕਿਸੇ ਦੀ, ਜਿਵੇਂ ਅਸੀਂ ਜਾਪਾਨ ਦੀ ਐਗਜ਼ਾਮਪਲ ਮੈਂ ਜ਼ਰੂਰ ਦੇਵਾਂਗੀ ਕਿ ਜਾਪਾਨ ਦੇ ਲੋਕ ਬੇਹੱਦ ਦੇਸ਼ ਭਗਤ, ਇਮਾਨਦਾਰ, ਚੰਗੀ ਸੋਚ ਵਾਲੇ ਤੇ ਦੇਸ਼ ਨੂੰ ਪਿਆਰ ਕਰਨ ਵਾਲੇ ਨੇ। ਤਾਂ ਜਦੋਂ ਨਾਗਰਿਕ ਵਧੀਆ ਹੋਣਗੇ ਤਾਂ ਉਹ ਦੇਸ਼ ਤਰੱਕੀ ਕਰੇਗਾ। ਸੋ ਅੰਤ ਵਿੱਚ ਬੱਚੇ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗੀ ਕਿ ਆਉਣ ਵਾਲੇ ਸਮੇਂ ਦੇ ਲਈ ਜਾਂ ਅੱਜ ਦੇ ਸਮੇਂ ਦੇ ਲਈ ਤੁਸੀਂ ਵੀ ਇੱਕ ਵਧੀਆ ਨਾਗਰਿਕ ਬਣਨਾ ਹੈ। ਸੋ ਤੁਹਾਨੂੰ ਨਾਗਰਿਕਤਾ ਦੇ, ਸਿਟੀਜ਼ਨ ਐਂਡ ਸਿਟੀਜ਼ਨਸ਼ਿਪ ਦੇ ਸਾਰੇ ਅਸੂਲ, ਸਾਰੇ ਨਿਯਮ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ। ਸੋ ਇਸ ਲੈਸਨ ਨੂੰ ਤੁਸੀਂ ਡਿਟੇਲ 'ਚ ਬਾਕੀ ਬੁੱਕਸ ਤੋਂ ਤੇ ਆਪਣੇ ਅਧਿਆਪਕਾਂ ਤੋਂ ਵੀ ਕਰਨਾ। ਕਿਸੇ ਗਲਤੀ ਦੇ ਲਈ ਬਹੁਤ ਮਾਫੀ ਚਾਹੁੰਦੀ ਹਾਂ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ।